ਸੋ ਮੈਂਡਲੀਵ ਦੀ ਆਵਰਤੀ ਸਾਰਣੀ ਦੀਆਂ ਜੋ ਸੀਮਾਵਾਂ ਹਨ, ਭਾਵ ਜੋ ਉਸ ਦੇ ਵਿੱਚ ਕਮੀਆਂ ਹਨ, ਉਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਮੈਂਡਲੀਵ ਹਾਈਡਰੋਜਨ ਨੂੰ ਢੁਕਵੀਂ ਥਾਂ ਜਿਹੜੀ ਹੈ ਉਹ ਨਹੀਂ ਦੇ ਸਕਿਆ, ਕਿਉਂਕਿ ਹਾਈਡਰੋਜਨ ਦੇ ਗੁਣ ਜੋ ਹੈ ਐਲਕਲੀ ਧਾਤਾਂ ਅਤੇ ਹੈਲੋਜਨ ਨਾਲ ਵੀ ਮਿਲਦੇ ਜੁਲਦੇ ਹਨ। ਇਸ ਲਈ ਉਹ ਇਹ ਸਪਸ਼ਟ ਤੌਰ 'ਤੇ ਨਹੀਂ ਦੱਸ ਸਕਿਆ ਵੀ ਇਸ ਦੀ ਥਾਂ ਕਿੱਥੇ ਹੋਵੇਗੀ। ਸੋ ਪਹਿਲਾ ਜੋ ਮੈਂਡਲੀਵ ਦੀ ਆਵਰਤੀ ਸਾਰਣੀ ਦੀ ਕਮੀ ਹੈ ਉਹ ਇਹ ਹੈ ਕਿ ਇਹ ਹਾਈਡਰੋਜਨ ਲਈ ਢੁਕਵੀਂ ਥਾਂ ਜੋ ਹੈ ਉਹ ਨਹੀਂ ਦੱਸ ਸਕਿਆ। ਦੂਜਾ, ਮੈਂਡਲੀਵ ਨੇ ਜੋ ਅਸਮਾਨ ਗੁਣਾਂ ਵਾਲੇ ਜੋ ਤੱਤ ਸਨ ਉਹਨਾਂ ਨੂੰ ਆਪਣੀ ਆਵਰਤੀ ਸਾਰਣੀ ਵਿੱਚ ਇੱਕ ਹੀ ਗਰੁੱਪ ਵਿੱਚ ਰੱਖਿਆ ਸੀ, ਔਰ ਜੋ ਸਮਾਨ ਗੁਣਾਂ ਵਾਲੇ ਤੱਤ ਹਨ ਉਹਨਾਂ ਨੂੰ ਅਲੱਗ-ਅਲੱਗ ਗਰੁੱਪਾਂ ਵਿੱਚ ਰੱਖਿਆ ਸੀ। ਸੋ ਇਹ ਉਸ ਦੇ ਗਰੁੱਪ ਦੀ ਖਾਮੀ ਸੀ। ਇਸ ਤੋਂ ਬਾਅਦ 3 ਨੰਬਰ 'ਤੇ ਜੋ ਉਸ ਦੀ ਖਾਮੀ ਹੈ ਉਹ ਇਹ ਹੈ ਕਿ ਉਹ ਵੱਖ-ਵੱਖ ਤੱਤਾਂ ਦੇ ਸਮਸਥਾਨਕਾਂ ਨੂੰ ਆਪਣੀ ਆਵਰਤੀ ਸਾਰਣੀ ਵਿੱਚ ਥਾਂ ਨਹੀਂ ਦੇ ਸਕਿਆ, ਕਿਉਂਕਿ ਸਮਸਥਾਨਕ ਜੋ ਹੈ ਉਹ ਇੱਕ ਹੀ ਤੱਤ ਦਾ ਉਹ ਰੂਪ ਹੁੰਦਾ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਪਰਮਾਣੂ ਪੁੰਜ ਅਲੱਗ-ਅਲੱਗ ਹੁੰਦਾ ਹੈ, ਔਰ ਮੈਂਡਲੀਵ ਦੀ ਆਵਰਤੀ ਸਾਰਣੀ ਜੋ ਹੈ ਉਹ ਪਰਮਾਣੂ ਪੁੰਜ ਨੂੰ ਹੀ ਪਰਮਾਣੂ ਦੇ ਗੁਣਾਂ ਦਾ ਆਧਾਰ ਮੰਨਦੀ ਸੀ। ਇਸ ਲਈ ਮੈਂਡਲੀਵ ਦੀ ਆਵਰਤੀ ਸਾਰਣੀ ਵਿੱਚ ਜੋ ਤੱਤਾਂ ਦੇ ਵੱਖ-ਵੱਖ ਸਮਭਾਰਕ ਅਤੇ ਸਮਸਥਾਨਕ ਹਨ ਉਹ ਉਹਨਾਂ ਨੂੰ ਸਹੀ ਸਥਾਨ ਨਹੀਂ ਦੇ ਸਕਿਆ। ਸੋ ਪਿਆਰੇ ਵਿਦਿਆਰਥੀਓ, ਜਿਵੇਂ ਕਿ ਅਸੀਂ ਪਹਿਲਾਂ ਹੁਣ ਪੜ੍ਹਿਆ ਹੈ ਕਿ ਇਹਨਾਂ ਵਿਗਿਆਨੀਆਂ ਨੇ ਜੋ ਆਧੁਨਿਕ ਆਵਰਤੀ ਸਾਰਣੀ ਜੋ ਅੱਜ ਸਾਡੇ ਸਾਹਮਣੇ ਮੌਜੂਦ ਹੈ ਉਸ ਨੂੰ ਬਣਾਉਣ ਦੇ ਲਈ ਜੋ ਰਾਹ ਪੱਧਰਾ ਉਹ ਕੀਤਾ ਹੈ। ਤੋ ਜੋ ਆਵਰਤੀ ਸਾਰਣੀ ਅਸੀਂ ਅੱਜ ਦੇਖਦੇ ਹਾਂ, ਆਓ ਹੁਣ ਆਪਾਂ ਉਸ ਆਵਰਤੀ ਸਾਰਣੀ ਦੇ ਸੰਬੰਧ ਦੇ ਵਿੱਚ ਪੜ੍ਹੀਏ ਅਤੇ ਦੇਖੀਏ ਵੀ ਉਸ ਦੇ ਵਿੱਚ ਵੱਖ-ਵੱਖ ਤੱਤਾਂ ਨੂੰ ਕਿਸ ਪ੍ਰਕਾਰ ਜੋ ਵਰਗੀਕ੍ਰਿਤ ਕੀਤਾ ਗਿਆ ਹੈ। ਸੋ ਜੋ ਆਧੁਨਿਕ ਆਵਰਤੀ ਸਾਰਣੀ ਹੈ ਉਸ ਵਿੱਚ ਸਾਰੇ ਤੱਤਾਂ ਨੂੰ ਇੱਕ ਟੇਬਲ ਬਣਾ ਕੇ, ਸਾਰਣੀ ਬਣਾ ਕੇ ਵੱਖਰੇ-ਵੱਖਰੇ ਸਥਾਨ ਉੱਪਰ ਰੱਖਿਆ ਗਿਆ ਹੈ। ਇਸ ਸਾਰਣੀ ਵਿੱਚ ਸਾਰੇ ਤੱਤਾਂ ਨੂੰ ਕੁਝ ਕੁ ਖੜਵੀਂ ਦਾਂ ਦੀਆਂ ਕਤਾਰਾਂ, ਜਿਨ੍ਹਾਂ ਨੂੰ ਅਸੀਂ ਕਾਲਮ ਔਰ ਗਰੁੱਪ ਦੇ ਨਾਮ ਨਾਲ ਜਾਣਦੇ ਹਾਂ। ਇਸੇ ਤਰ੍ਹਾਂ ਇਸ ਟੇਬਲ ਵਿਚਲੀਆਂ ਲੇਟਵੀਂ ਦਾਂ ਦੀਆਂ ਕਤਾਰਾਂ, ਜਿਨ੍ਹਾਂ ਨੂੰ ਅਸੀਂ ਪੀਰੀਅਡ ਕਿਹਾ ਹੈ, ਉਹਨਾਂ ਵਿੱਚ ਵੰਡਿਆ ਗਿਆ ਹੈ। ਤੋ ਆਧੁਨਿਕ ਆਵਰਤੀ ਸਾਰਣੀ ਵਿੱਚ ਕੁੱਲ ਜੋ ਖੜਵੀਂ ਦਾਂ ਦੀਆਂ ਜੋ ਕੁੱਲ ਕਤਾਰਾਂ ਹਨ ਉਹ ਹਨ 18। ਇਹ ਦੇਖੋ, ਧਿਆਨ ਦਿਓ, ਇਹ 1 ਨੰਬਰ, 2 ਨੰਬਰ, 3 ਨੰਬਰ, 4, 5, 6, ਇਸੇ ਤਰ੍ਹਾਂ ਕਰਦੇ ਕਰਦੇ 17 ਔਰ ਇਹ 18 ਨੰਬਰ ਦੀ ਜੋ ਥੱਲੇ ਨੂੰ ਦਿੱਤੀ ਹੋਈ ਜੋ ਇੱਕ ਗਰੁੱਪ ਬਣਦਾ ਹੈ, ਖੜਵੀਂ ਦਾਂ ਦੀ ਜੋ ਲਾਈਨ ਹੈ। ਤੋ ਇਹ ਸਾਰੇ ਹੀ ਗਰੁੱਪ ਹਨ। ਸੋ ਆਧੁਨਿਕ ਆਵਰਤੀ ਸਾਰਣੀ ਵਿੱਚ ਕੁੱਲ 18 ਗਰੁੱਪ ਹਨ। ਇਸੇ ਤਰ੍ਹਾਂ ਜੇਕਰ ਅਸੀਂ ਲੇਟਵੀਂ ਦਾਂ ਦੀਆਂ ਕਤਾਰਾਂ ਦੀ ਗੱਲ ਕਰੀਏ ਤਾਂ ਆਧੁਨਿਕ ਆਵਰਤੀ ਸਾਰਣੀ ਵਿੱਚ ਜੋ ਪਹਿਲੀ ਕਤਾਰ ਹੈ ਇਹ ਵਾਲੀ, ਜੋ ਇਸ ਦੇ ਵਿੱਚ ਸਿਰਫ ਹਾਈਡਰੋਜਨ ਔਰ ਹੀਲੀਅਮ ਹੀ ਹਨ, ਤਾਂ ਦੋਨੋਂ ਹੀ ਖੂੰਜੇ ਦੇ ਵਿੱਚ ਹਨ। ਉਸ ਤੋਂ ਬਾਅਦ ਦੂਜੀ ਕਤਾਰ ਹੈ ਜੋ ਇਹ ਜਾ ਰਹੀ ਹੈ, ਫਿਰ ਤੀਜੀ ਕਤਾਰ ਹੈ, ਇਸ ਦੇ ਵਿੱਚ ਇਹ ਹਨ 4 ਨੰਬਰ, 5 ਨੰਬਰ, 6 ਨੰਬਰ, 7 ਨੰਬਰ। ਸੋ ਆਧੁਨਿਕ ਆਵਰਤੀ ਸਾਰਣੀ ਨੂੰ ਅਸੀਂ ਕੁੱਲ 7 ਲੇਟਵੀਂ ਦਾਂ ਕਤਾਰਾਂ ਅਤੇ 18 ਖੜਵੀਂ ਦਾਂ ਕਤਾਰਾਂ ਵਿੱਚ ਵੰਡਿਆ ਗਿਆ ਹੈ। ਜੋ ਲੇਟਵੀਂ ਦਾਂ ਦੀਆਂ ਕਤਾਰਾਂ ਹਨ ਉਹਨਾਂ ਨੂੰ ਪੀਰੀਅਡ
ਅਤੇ ਜੋ ਖੜਮੀਦਾਰ ਦੀਆਂ ਕਤਾਰਾਂ ਹਨ ਉਹਨਾਂ ਨੂੰ ਗਰੁੱਪ ਦਾ ਨਾਮ ਦਿੱਤਾ ਗਿਆ ਹੈ। ਤੇ ਇਸ ਲਈ ਸੰਖੇਪ ਵਿੱਚ ਜੇਕਰ ਕਹਿਣਾ ਹੋਵੇ ਤਾਂ ਅਸੀਂ ਕਹਾਂਗੇ ਸਾਡੀ ਆਧੁਨਿਕ ਆਵਰਤੀ ਸਾਰਣੀ ਵਿੱਚ ਕੁੱਲ 7 ਪੀਰੀਅਡ ਹਨ ਅਤੇ 18 ਗਰੁੱਪ ਹਨ। ਤੇ ਹੁਣ ਆਪਾਂ ਇਹ ਦੇਖਦੇ ਹਾਂ ਕਿ ਆਧੁਨਿਕ ਆਵਰਤੀ ਸਾਰਣੀ ਵਿੱਚ ਤੱਤਾਂ ਦੀ ਸਥਿਤੀ ਕਿਸ ਪ੍ਰਕਾਰ ਉਹਨਾਂ ਨੂੰ ਦਿੱਤੀ ਜਾਂਦੀ ਹੈ। ਸੋ ਪਿਆਰੇ ਵਿਦਿਆਰਥੀਓ, 9ਵੀਂ ਜਮਾਤ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਕਿ ਜੋ ਕਿਸੇ ਵੀ ਤੱਤ ਦਾ ਪਰਮਾਣੂ ਹੈ ਉਸ ਅੰਦਰ ਇਲੈਕਟ੍ਰੋਨ, ਪ੍ਰੋਟੋਨ ਅਤੇ ਨਿਊਟਰੋਨਾਂ ਦੀ ਗਿਣਤੀ ਅਲੱਗ-ਅਲੱਗ ਹੁੰਦੀ ਹੈ। ਕਿਸੇ ਵੀ ਪਰਮਾਣੂ ਦੇ ਅੰਦਰ ਜੋ ਪ੍ਰੋਟੋਨ ਅਤੇ ਨਿਊਟਰੋਨ ਹਨ ਉਹ ਉਸ ਦੇ ਨਿਊਕਲੀਅਸ ਦੇ ਅੰਦਰ ਹੁੰਦੇ ਹਨ, ਜਦੋਂ ਕਿ ਜੋ ਇਲੈਕਟ੍ਰੋਨ ਹਨ ਉਹ ਉਹਨਾਂ ਦੇ ਨਿਊਕਲੀਅਸ ਦੇ ਇਰਦ ਗਿਰਦ ਗੋਲਾਕਾਰ ਰਸਤਿਆਂ ਵਿੱਚ, ਚੱਕਰਾਕਾਰ ਰਸਤਿਆਂ ਵਿੱਚ ਘੁੰਮਦੇ ਰਹਿੰਦੇ ਹਨ, ਜਿਨ੍ਹਾਂ ਨੂੰ ਸ਼ੈੱਲ ਕਿਹਾ ਜਾਂਦਾ ਹੈ। 9ਵੀਂ ਜਮਾਤ ਵਿੱਚ ਅਸੀਂ ਇਹ ਵੀ ਪੜ੍ਹ ਚੁੱਕੇ ਹਾਂ ਕਿ ਇਸ ਸ਼ੈੱਲ ਵਿੱਚ ਆਉਣ ਵਾਲੇ ਇਲੈਕਟ੍ਰੋਨਾਂ ਦੀ ਗਿਣਤੀ ਅਲੱਗ-ਅਲੱਗ ਹੁੰਦੀ ਹੈ। n² ਫਾਰਮੂਲੇ ਨਾਲ ਅਸੀਂ ਕਿਸੇ ਵੀ ਸ਼ੈੱਲ ਵਿੱਚ ਇਲੈਕਟ੍ਰੋਨਾਂ ਦੀ ਸਥਿਤੀ ਦੀ ਗਿਣਤੀ ਪਤਾ ਕਰ ਸਕਦੇ ਹਾਂ। ਪਹਿਲੇ ਸ਼ੈੱਲ ਵਿੱਚ ਜੇਕਰ ਅਸੀਂ ਦੇਖਣਾ ਹੋਵੇ ਕਿੰਨੇ ਇਲੈਕਟ੍ਰੋਨ ਆਉਂਦੇ ਹਨ ਤਾਂ ਅਸੀਂ n ਦੀ ਜਗ੍ਹਾ 1 ਭਰ ਕੇ 2 ਗੁਣਾ 1 ਦੀ ਘਾਤ 2 ਕਰਕੇ ਇਸ ਦਾ ਆਨਸਰ 2 ਆਵੇਗਾ। ਤਾਂ ਭਾਵ ਪਹਿਲੇ ਸ਼ੈੱਲ ਵਿੱਚ 2 ਇਲੈਕਟ੍ਰੋਨ ਆ ਸਕਦੇ ਹਨ, ਦੂਜੇ ਸ਼ੈੱਲ ਵਿੱਚ 2n²। 2 ਗੁਣਾ n ਦੀ ਜਗ੍ਹਾ 2 ਭਰ ਕੇ ਆਪਾਂ ਦੇਖਦੇ ਹਾਂ ਤਾਂ 2n², ਉਹ 2 ਦੂਣੀ 4 ਦੂਣੀ 8, ਦੂਜੇ ਸ਼ੈੱਲ ਵਿੱਚ 8 ਇਲੈਕਟ੍ਰੋਨ ਆਉਂਦੇ ਹਨ। ਇਸੇ ਪ੍ਰਕਾਰ ਤੀਜੇ ਸ਼ੈੱਲ ਵਿੱਚ 18 ਅਤੇ ਚੌਥੇ ਸ਼ੈੱਲ ਵਿੱਚ 32। 2n² ਦੇ ਫਾਰਮੂਲੇ ਨਾਲ ਅਸੀਂ ਵੱਖਰੇ ਵੱਖਰੇ ਸ਼ੈੱਲਾਂ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ ਕੱਢ ਸਕਦੇ ਹਾਂ। ਇਹ ਜਾਣਕਾਰੀ ਅਸੀਂ 9ਵੀਂ ਜਮਾਤ ਵਿੱਚ ਲੈ ਚੁੱਕੇ ਹਾਂ। ਸੋ ਵੱਖਰੇ ਵੱਖਰੇ ਜੋ ਵਿਗਿਆਨਕ ਖੋਜਾਂ ਹੋਈਆਂ ਹਨ, ਜਿੰਨੇ ਵੀ ਜੋ ਵਿਗਿਆਨਕ ਹਨ ਉਹਨਾਂ ਨੇ ਇਹ ਦੱਸਿਆ ਸੀ ਕਿ ਕਿਸੇ ਵੀ ਤੱਤ ਦੇ ਜੋ ਰਸਾਇਣਕ ਗੁਣ ਹਨ ਉਹ ਉਸ ਦੇ ਸੰਯੋਜਕ ਸ਼ੈੱਲ, ਭਾਵ ਉਸ ਤੱਤ ਦੇ ਪਰਮਾਣੂ ਅੰਦਰ ਜੋ ਸਭ ਤੋਂ ਬਾਹਰਲਾ ਸ਼ੈੱਲ ਹੈ ਜਿਸ ਵਿੱਚ ਇਲੈਕਟ੍ਰੋਨ ਮੌਜੂਦ ਹਨ, ਉਸ ਅੰਦਰ ਕਿੰਨੇ ਇਲੈਕਟ੍ਰੋਨ ਹਨ, ਇਸ ਦੇ ਆਧਾਰ ਤੇ ਉਸ ਦੇ ਰਸਾਇਣਕ ਗੁਣਾਂ ਦਾ ਪਤਾ ਲੱਗਦਾ ਹੈ। ਸੋ ਜੇਕਰ ਕਿਸੇ ਸ਼ੈੱਲ ਦੇ ਸਭ ਤੋਂ ਅੰਤਮ ਸ਼ੈੱਲ ਵਿੱਚ 1 ਇਲੈਕਟ੍ਰੋਨ ਹੈ ਤਾਂ ਅਸੀਂ ਇਹ ਕਹਾਂਗੇ ਉਸ ਦੇ ਸੰਯੋਜਕ ਸ਼ੈੱਲ ਵਿੱਚ 1 ਇਲੈਕਟ੍ਰੋਨ ਹੈ। ਜੇਕਰ ਉਸ ਦੇ ਸਭ ਤੋਂ ਬਾਹਰਲੇ ਸ਼ੈੱਲ ਵਿੱਚ 2 ਇਲੈਕਟ੍ਰੋਨ ਹਨ ਤਾਂ ਅਸੀਂ ਕਹਾਂਗੇ ਉਸ ਦੇ ਸੰਯੋਜਕ ਸ਼ੈੱਲ ਵਿੱਚ 2 ਇਲੈਕਟ੍ਰੋਨ ਹਨ। ਇਸੇ ਪ੍ਰਕਾਰ ਜਿਵੇਂ ਜਿਵੇਂ ਸੰਯੋਜਕ ਸ਼ੈੱਲ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ ਵੱਧਦੀ ਚਲੀ ਜਾਂਦੀ ਹੈ, ਉਸ ਦੇ ਆਧਾਰ ਤੇ ਕਿਸੇ ਵੀ ਪਰਮਾਣੂ ਦੀ ਸੰਯੋਜਕਤਾ ਅਸੀਂ ਪਤਾ ਕਰ ਸਕਦੇ ਹਾਂ ਅਤੇ ਇਸ ਸੰਯੋਜਕਤਾ ਦੇ ਆਧਾਰ ਤੇ ਹੀ ਜੋ ਪਰਮਾਣੂ ਹਨ, ਕਿਸੇ ਵੀ ਤੱਤ ਦੇ ਪਰਮਾਣੂ ਹਨ, ਉਹ ਵੱਖਰੇ ਵੱਖਰੇ ਤੱਤਾਂ ਨਾਲ ਜੁੜ ਕੇ ਰਸਾਇਣਕ ਕਿਰਿਆ ਕਰਦੇ ਹਨ। ਤੋ ਜੋ ਆਧੁਨਿਕ ਆਵਰਤੀ ਸਾਰਣੀ ਹੈ ਉਸ ਵਿੱਚ ਕਿਸੇ ਵੀ ਤੱਤ ਨੂੰ ਕਿਸ ਗਰੁੱਪ ਵਿੱਚ ਧਿਆਨ ਦੇਣਾ ਹੈ, ਕਿਸ ਗਰੁੱਪ ਵਿੱਚ ਰੱਖਿਆ ਜਾਣਾ ਹੈ, ਉਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸ ਦੇ ਜੋ ਸੰਯੋਜਕ ਸ਼ੈੱਲ ਹੈ, ਜੋ ਉਸ ਦਾ ਸਭ ਤੋਂ ਅੰਤਿਮ ਸ਼ੈੱਲ ਹੈ, ਉਸ ਵਿੱਚ ਕਿੰਨੇ ਇਲੈਕਟ੍ਰੋਨ ਹਨ। ਜੇਕਰ ਤੁਸੀਂ ਸਾਰੇ ਹੀ ਗਰੁੱਪਾਂ ਨੂੰ ਧਿਆਨ ਨਾਲ ਦੇਖੋ, ਜੇਕਰ ਅਸੀਂ ਸਭ ਤੋਂ ਪਹਿਲੇ ਗਰੁੱਪ ਵੱਲ ਦੇਖਦੇ ਹਾਂ ਤਾਂ ਇਸ ਵਿੱਚ ਹਾਈਡਰੋਜਨ, ਲਿਥੀਅਮ, ਸੋਡੀਅਮ, ਪੋਟਾਸ਼ੀਅਮ ਆਦਿ ਤੱਤ ਹਨ। ਇਹਨਾਂ ਸਾਰੇ ਹੀ ਤੱਤਾਂ ਵਿੱਚ ਜੋ ਉਹਨਾਂ ਦੇ ਬੈਲੈਂਸ ਸੰਯੋਜਕ ਇਲੈਕਟ੍ਰੋਨ ਹਨ ਉਹਨਾਂ ਦੀ ਗਿਣਤੀ 1 ਹੈ। ਇਸੇ ਪ੍ਰਕਾਰ
ਉਸ ਤੋਂ ਜੋ ਅਗਲਾ ਸਾਡਾ ਗਰੁੱਪ ਹੈ ਉਸ ਦੇ ਵਿੱਚ ਜੋ ਇਲੈਕਟ੍ਰੋਨ ਹਨ, ਜੋ ਗਰੁੱਪ ਨੰਬਰ 2 ਇਸ ਦੇ ਵਿੱਚ ਬੈਰੀਲੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਸਟ੍ਰੋਂਸ਼ੀਅਮ ਆਦਿ, ਬੇਰੀਅਮ, ਇਹ ਜੋ ਤੱਤ ਹਨ ਇਹਨਾਂ ਦੇ ਵਿੱਚ ਇਲੈਕਟ੍ਰੋਨ ਸੰਯੋਜਕ ਸ਼ੈੱਲਾਂ ਦੀ ਸ਼ੈੱਲ ਵਿੱਚ ਇਲੈਕਟ੍ਰੋਨਾਂ ਦੀ ਸੰਖਿਆ 2 ਹੈ। ਇਸੇ ਪ੍ਰਕਾਰ ਜਦੋਂ ਅਸੀਂ ਆਪਣੇ ਆਧੁਨਿਕ ਸਾਰਣੀ ਦੇ ਖੱਬੇ ਹੱਥ ਤੋਂ ਭਾਵ ਇੱਧਰ ਤੋਂ ਐ ਨੂੰ ਜਾਂਦੇ ਹਾਂ ਤਾਂ ਮੀਨਸ ਪਹਿਲੇ ਗਰੁੱਪ ਤੋਂ ਦੂਜਾ, ਤੀਜਾ, ਚੌਥਾ, ਪੰਜਵਾਂ, ਇੱਦਾਂ ਹੀ ਜਦੋਂ ਅਸੀਂ ਮੰਨ ਲਓ 17ਵੇਂ ਗਰੁੱਪ ਜਾਂ 18ਵੇਂ ਗਰੁੱਪ ਵਿੱਚ ਜਾਂਦੇ ਹਾਂ ਤਾਂ ਉਹਨਾਂ ਸਾਰੇ ਜੋ 18ਵੇਂ ਗਰੁੱਪ ਦੇ ਜਿੰਨੇ ਵੀ ਇਹ ਜੋ ਪਰਮਾਣੂ ਹਨ ਇਹਨਾਂ ਦੇ ਜੋ ਸੰਯੋਜਕ ਸ਼ੈੱਲ ਹੈ ਇਹਨਾਂ ਸਾਰਿਆਂ ਵਿੱਚ ਹੀ ਸੰਯੋਜਕ ਸ਼ੈੱਲਾਂ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ 8 ਹੈ। ਇਸ ਲਈ ਇਹ ਇੱਕ ਗਰੁੱਪ ਵਿੱਚ ਹਨ। ਸੋ ਇਹ ਜੋ ਯਾਦ ਰੱਖਣ ਵਾਲੀ ਗੱਲ ਹੈ ਉਹ ਇਹ ਹੈ ਵੀ ਕਿਸੇ ਵੀ ਗਰੁੱਪ ਵਿੱਚ ਸ਼ਾਮਲ ਜੋ ਪਰਮਾਣੂ ਹਨ ਉਹਨਾਂ ਸਾਰਿਆਂ ਦੇ ਸੰਯੋਜਕ ਸ਼ੈੱਲਾਂ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ ਸਮਾਨ ਹੁੰਦੀ ਹੈ। ਹੁਣ ਆਪਾਂ ਦੇਖਦੇ ਹਾਂ ਕਿਸੇ ਪੀਰੀਅਡ ਵਿੱਚ ਜੋ ਵੱਖਰੇ ਵੱਖਰੇ ਤੱਤ ਰੱਖੇ ਗਏ ਹਨ ਉਹਨਾਂ ਦੇ ਵਿੱਚ ਕੀ ਸੰਬੰਧ ਬਣਦਾ ਹੈ। ਸੋ ਜਦੋਂ ਅਸੀਂ ਕਿਸੇ ਪੀਰੀਅਡ ਵਿੱਚ ਜਾਂਦੇ ਹਾਂ ਤਾਂ ਉਸ ਪੀਰੀਅਡ ਭਾਵ ਅਸੀਂ ਲੇਟਵੀਂ ਦਾਂ ਦੀਆਂ ਜੋ ਕਤਾਰਾਂ ਹਨ ਉਹਨਾਂ ਨੂੰ ਦੇਖਿਆ ਸੀ। ਸੋ ਜਿਵੇਂ ਪਹਿਲੇ ਪੀਰੀਅਡ ਵਿੱਚ ਇਹ 2 ਲਿਥੀਅਮ, ਹਾਈਡਰੋਜਨ ਔਰ ਹੀਲੀਅਮ ਹਨ। ਸੋ ਇਹ 2 ਤੱਤ ਹਨ। ਇਹਨਾਂ ਦੇ ਵਿੱਚ ਜੇ ਅਸੀਂ ਧਿਆਨ ਨਾਲ ਦੇਖੀਏ ਤਾਂ ਹਾਈਡਰੋਜਨ ਦੇ ਕੋਲ ਇੱਕ ਇਲੈਕਟ੍ਰੋਨ ਹੈ, ਉਹ ਇਲੈਕਟ੍ਰੋਨ ਉਸ ਦੇ ਪਹਿਲੇ ਸ਼ੈੱਲ ਵਿੱਚ ਹੀ ਆ ਜਾਂਦਾ ਹੈ, ਭਾਵ ਇਸ ਦਾ ਸਭ ਤੋਂ ਬਾਹਰਲਾ ਸ਼ੈੱਲ ਪਹਿਲਾ ਸ਼ੈੱਲ ਹੀ ਹੋ ਗਿਆ ਹੈ ਤੇ ਹਾਈਡਰੋਜਨ ਦੇ ਸਭ ਤੋਂ ਅੰਤਿਮ ਸ਼ੈੱਲ ਭਾਵ ਪਹਿਲੇ ਸ਼ੈੱਲ ਵਿੱਚ ਹੀ ਇੱਕ ਇਲੈਕਟ੍ਰੋਨ ਹੈ। ਤੇ ਜੇਕਰ ਇਸੇ ਆਪਾਂ ਪੀਰੀਅਡ ਦਾ ਦੂਜਾ ਤੱਤ ਹੀਲੀਅਮ ਲਈਏ ਤਾਂ ਇਸ ਵਿੱਚ ਇਲੈਕਟ੍ਰੋਨਾਂ ਦੀ ਸੰਖਿਆ 2 ਹੁੰਦੀ ਹੈ। ਇਸ ਦਾ ਪਰਮਾਣੂ ਅੰਕ 2 ਹੁੰਦਾ ਹੈ। ਇਸ ਵਿੱਚ ਇਲੈਕਟ੍ਰੋਨਾਂ ਦੀ ਸੰਖਿਆ 2 ਹੁੰਦੀ ਹੈ। ਇਸ ਲਈ ਇਹ ਦੋਨੋਂ ਇਲੈਕਟ੍ਰੋਨ ਵੀ ਪਹਿਲੇ ਸ਼ੈੱਲ ਵਿੱਚ ਹੀ ਆ ਜਾਂਦੇ ਹਨ। ਤੋ ਜੇਕਰ ਅਸੀਂ ਇਸੇ ਗੱਲ ਨੂੰ ਸਮਝਣ ਲਈ ਆਓ ਇੱਕ ਹੋਰ ਉਦਾਹਰਨ ਲੈਂਦੇ ਹਾਂ। ਆਪਾਂ ਦੂਜੇ ਪੀਰੀਅਡ ਵਿੱਚ ਜੋ ਪਰਮਾਣੂ ਮੌਜੂਦ ਹਨ ਆਪਾਂ ਉਹਨਾਂ ਦੀ ਉਦਾਹਰਨ ਲੈਂਦੇ ਹਾਂ। ਸੋ ਦੂਜੇ ਪੀਰੀਅਡ ਵਿੱਚ ਜੋ ਇਹ ਤੁਹਾਡੇ ਜੋ ਪਰਮਾਣੂ ਹਨ ਉਹ ਕਿਹੜੇ ਹਨ? ਇਹ ਹੈ ਲਿਥੀਅਮ, ਬੈਰੀਲੀਅਮ, ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰੀਨ ਤੇ ਨਿਓਨ। ਤੋ ਹੁਣ ਅਸੀਂ ਦੇਖਦੇ ਹਾਂ ਕਿ ਇਹਨਾਂ ਦੇ ਜੋ ਇਲੈਕਟ੍ਰੋਨ ਹਨ ਉਹ ਅੰਤਮ ਸ਼ੈੱਲ ਨੂੰ ਕਿਸ ਤਰ੍ਹਾਂ ਭਰਦੇ ਹਨ। ਸੋ ਲਿਥੀਅਮ ਹੈ, ਲਿਥੀਅਮ ਦਾ ਪਰਮਾਣੂ ਅੰਕ 3 ਹੈ। ਇਸ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ 3 ਹੈ। ਇਸ ਲਈ ਇਸ ਦਾ ਜੋ 3 ਇਲੈਕਟ੍ਰੋਨ ਹੈ 2 ਇਲੈਕਟ੍ਰੋਨ ਪਹਿਲੇ ਸ਼ੈੱਲ ਵਿੱਚ ਆਉਣਗੇ ਅਤੇ ਜੋ ਤੀਜਾ ਇਲੈਕਟ੍ਰੋਨ ਹੈ ਉਹ ਦੂਜੇ ਸ਼ੈੱਲ ਵਿੱਚ ਜਾਵੇਗਾ, ਭਾਵ ਇਸ ਦਾ ਜੋ ਅੰਤਮ ਸ਼ੈੱਲ ਹੈ ਉਹ ਦੂਸਰਾ ਹੈ। ਇਸੇ ਪ੍ਰਕਾਰ ਬੈਰੀਲੀਅਮ ਦਾ ਪਰਮਾਣੂ ਅੰਕ 4 ਹੈ। ਉਸ ਵਿੱਚ 4 ਇਲੈਕਟ੍ਰੋਨ ਹਨ। ਤਾਂ ਉਸ ਦੇ ਚਾਰਾਂ ਵਿੱਚੋਂ 2 ਇਲੈਕਟ੍ਰੋਨ ਤਾਂ ਪਹਿਲੇ ਸ਼ੈੱਲ ਵਿੱਚ ਆ ਜਾਣਗੇ ਉਹ ਫਾਰਮੂਲੇ ਮੁਤਾਬਕ, ਤੇ ਜੋ ਅਗਲੇ 2 ਇਲੈਕਟ੍ਰੋਨ ਹਨ ਉਹ ਉਸ ਤੋਂ ਅਗਲੇ ਸ਼ੈੱਲ ਭਾਵ ਦੂਜੇ ਸ਼ੈੱਲ ਵਿੱਚ ਜਾਣਗੇ। ਇਹਦੇ ਵਿੱਚ 8 ਇਲੈਕਟ੍ਰੋਨ ਕੁੱਲ ਆ ਸਕਦੇ ਹਨ ਦੂਜੇ ਸ਼ੈੱਲ ਵਿੱਚ। ਤੋਂ ਉਹ ਦੋਨੋਂ ਇਲੈਕਟ੍ਰੋਨ ਜੋ ਅੰਤਮ 2 ਇਲੈਕਟ੍ਰੋਨ ਹਨ ਉਹ ਦੂਜੇ ਸ਼ੈੱਲ ਵਿੱਚ ਜਾਣਗੇ। ਲਿਥੀਅਮ ਦਾ ਜੋ ਅੰਤਮ ਇਲੈਕਟ੍ਰੋਨ ਹੈ ਉਹ ਵੀ ਦੂਜੇ ਸ਼ੈੱਲ ਵਿੱਚ ਸੀਗਾ, ਤੇ ਜੇ ਬੈਰੀਲੀਅਮ ਦੇ ਜਿਹੜੇ 2 ਇਲੈਕਟ੍ਰੋਨ ਬਣੇ ਹਨ ਉਹ ਵੀ ਦੂਜੇ ਸ਼ੈੱਲ ਵਿੱਚ ਹਨ। ਇਸੇ ਤਰ੍ਹਾਂ ਬੋਰੋਨ, ਕਾਰਬਨ, ਨਾਈਟ੍ਰੋਜਨ, ਆਕਸੀਜਨ, ਫਲੋਰ ਅਤੇ ਨਿਓਨ ਦੇ ਜੋ ਇਲੈਕਟ੍ਰੋਨ ਹਨ ਸਾਰੇ ਉਹ ਪਹਿਲੇ ਔਰ ਦੂਜੇ ਸ਼ੈੱਲ ਵਿੱਚ ਹੀ ਸਮਾ ਗਏ ਹਨ। ਇਸ ਤੋਂ ਇਲਾਵਾ ਤੀਜੇ ਸ਼ੈੱਲ ਵਿੱਚ ਇਹਨਾਂ ਦਾ ਕੋਈ ਪਰਮਾਣੂ
ਦਾ ਇਹਨਾਂ ਪਰਮਾਣੂਆਂ ਵਿੱਚ ਤੀਜੇ ਸ਼ੈੱਲ ਵਿੱਚ ਕੋਈ ਇਲੈਕਟ੍ਰੋਨ ਨਹੀਂ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿਸੇ ਪੀਰੀਅਡ ਵਿੱਚ ਉਹ ਪਰਮਾਣੂ ਸ਼ਾਮਲ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਜੋ ਅੰਤਮ ਇਲੈਕਟ੍ਰੋਨ ਹਨ ਉਹ ਇੱਕ ਹੀ ਸੰਯੋਜਕ ਸ਼ੈੱਲ ਵਿੱਚ ਹੋਣ। ਜੇਕਰ ਆਪਾਂ ਤੀਜੇ ਪੀਰੀਅਡ ਦੀ ਗੱਲ ਕਰੀਏ ਤਾਂ ਇਸ ਵਿੱਚ ਜੋ ਅੰਤਮ ਇਲੈਕਟ੍ਰੋਨ ਹਨ, ਜੋ ਪਹਿਲੇ ਸ਼ੈੱਲ ਭਰਨ ਤੋਂ ਬਾਅਦ ਜੋ ਅੰਤਮ ਇਲੈਕਟ੍ਰੋਨ ਇਸ ਪਰਮਾਣੂ ਦੇ ਹਨ ਉਹ ਤੀਜੇ ਸ਼ੈੱਲ ਵਿੱਚ ਜਾਣਗੇ। ਤੀਜੇ ਪੀਰੀਅਡ ਵਿੱਚ ਜੋ ਉਹਨਾਂ ਦਾ ਅੰਤਮ ਸ਼ੈੱਲ ਹੈ ਉਹ ਤੀਜਾ ਹੈ ਸਧਾਰਨ ਭਾਸ਼ਾ ਵਿੱਚ ਜੇ ਆਪਾਂ ਗੱਲ ਕਰੀਏ। ਤਾਂ ਇਸੇ ਤਰ੍ਹਾਂ ਚੌਥੇ ਪੀਰੀਅਡ ਵਿੱਚ ਜੋ ਉਹਨਾਂ ਦਾ ਸੰਯੋਜਕ ਸ਼ੈੱਲ ਹੈ ਉਹ ਚੌਥਾ ਸ਼ੈੱਲ ਹੈ। ਪੰਜਵੇਂ ਪੀਰੀਅਡ ਵਿੱਚ ਜੋ ਸੰਯੋਜਕ ਸ਼ੈੱਲ ਹੈ ਉਹ ਪੰਜਵਾਂ ਸ਼ੈੱਲ ਹੈ। ਇਸੇ ਪ੍ਰਕਾਰ ਛੇਵਾਂ ਔਰ ਸੱਤਵਾਂ। ਇੱਥੇ ਅਸੀਂ ਆਸਾਨੀ ਨਾਲ ਦੇਖ ਸਕਦੇ ਹਾਂ ਜਿਵੇਂ ਜਿਵੇਂ ਅਸੀਂ ਪਹਿਲੇ, ਦੂਜੇ, ਤੀਜੇ, ਚੌਥੇ, ਪੰਜਵੇਂ, ਛੇਵੇਂ ਔਰ ਸੱਤਵੇਂ ਪੀਰੀਅਡ ਤੱਕ ਜਾਂਦੇ ਹਾਂ ਤਾਂ ਪਰਮਾਣੂਆਂ ਵਿੱਚ ਇਹ ਸ਼ੈੱਲਾਂ ਦੀ ਗਿਣਤੀ ਲਗਾਤਾਰ ਵੱਧਦੀ ਜਾਂਦੀ ਹੈ। ਤਾਂ ਪਹਿਲੇ ਪੀਰੀਅਡ ਵਿੱਚ ਇੱਕ ਸ਼ੈੱਲ ਸੀਗਾ, ਦੂਜੇ ਪੀਰੀਅਡ ਵਿੱਚ ਕੁੱਲ 2 ਸ਼ੈੱਲ ਹਨ, ਤੀਜੇ ਪੀਰੀਅਡ ਵਿੱਚ ਕੁੱਲ 3 ਸ਼ੈੱਲ ਹਨ, ਚੌਥੇ ਵਿੱਚ 4, ਪੰਜਵੇਂ 'ਚ 6, ਛੇਵੇਂ 'ਚ 6 ਔਰ ਇਸੇ ਪ੍ਰਕਾਰ ਸੱਤਵੇਂ ਪੀਰੀਅਡ ਵਿੱਚ 7 ਸ਼ੈੱਲ ਮੌਜੂਦ ਹੁੰਦੇ ਹਨ। ਜੋ ਉਹਨਾਂ ਦੇ ਅੰਦਰ ਪਰਮਾਣੂ ਮੌਜੂਦ ਹਨ ਉਹਨਾਂ ਵਿੱਚ 7 ਸ਼ੈੱਲ ਮੌਜੂਦ ਹੋਣਗੇ। ਇਸ ਲਈ ਆਓ ਦੁਬਾਰਾ ਤੋਂ ਇੱਕ ਵਾਰ ਫਿਰ ਸੰਖੇਪ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਧੁਨਿਕ ਆਵਰਤੀ ਸਾਰਣੀ ਵਿੱਚ ਕਿਸੇ ਤੱਤ ਨੂੰ ਕਿਸ ਗਰੁੱਪ ਜਾਂ ਪੀਰੀਅਡ ਵਿੱਚ ਰੱਖਿਆ ਗਿਆ ਹੈ। ਇੱਕ ਹੀ ਗਰੁੱਪ ਵਿੱਚ ਆਉਣ ਵਾਲੇ ਸਾਰੇ ਤੱਤਾਂ ਵਿੱਚ ਸੰਯੋਜਕ ਇਲੈਕਟ੍ਰੋਨਾਂ ਦੀ ਸੰਖਿਆ ਸਮਾਨ ਹੋਵੇਗੀ ਅਤੇ ਇੱਕ ਹੀ ਪੀਰੀਅਡ ਵਿੱਚ ਆਉਣ ਵਾਲੇ ਸਾਰੇ ਤੱਤਾਂ ਵਿੱਚ ਸ਼ੈੱਲਾਂ ਦੀ ਸੰਖਿਆ ਸਮਾਨ ਹੋਵੇਗੀ। ਤਾਂ ਇਸ ਤਰ੍ਹਾਂ ਕਰਨ ਨਾਲ ਸਾਡੇ ਕੋਲ ਵੱਖਰੇ ਵੱਖਰੇ ਤੱਤ ਇੱਕ ਗਰੁੱਪ ਅਤੇ ਇੱਕ ਪੀਰੀਅਡ ਵਿੱਚ ਆ ਜਾਣਗੇ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਅਸੀਂ ਗੱਲ ਕੀਤੀ ਹੈ ਕਿ ਕਿਸੇ ਵੀ ਸ਼ੈੱਲ ਵਿੱਚ ਇਲੈਕਟ੍ਰੋਨਾਂ ਦੀ ਸੰਖਿਆ ਅਸੀਂ 2n² ਫਾਰਮੂਲੇ ਦੇ ਨਾਲ ਕੈਲਕੂਲੇਟ ਕਰ ਸਕਦੇ ਹਾਂ, ਪਰੰਤੂ ਜੋ ਪਹਿਲਾ ਸ਼ੈੱਲ ਹੈ ਜਿਸ ਨੂੰ ਅਸੀਂ ਆਮ ਤੌਰ 'ਤੇ ਕੇ ਸ਼ੈੱਲ ਉਸ ਨੂੰ ਨਾਮ ਦਿੱਤਾ ਜਾਂਦਾ ਹੈ। ਪਹਿਲੇ ਸ਼ੈੱਲ ਦਾ ਕੇ, ਦੂਜੇ ਦਾ ਐਲ, ਤੀਜੇ ਦਾ ਐਮ, ਚੌਥੇ ਦਾ ਐਨ। ਇਸ ਪ੍ਰਕਾਰ ਇਹ 9ਵੀਂ ਜਮਾਤ ਵਿੱਚ ਆਪਾਂ ਪੜ੍ਹ ਚੁੱਕੇ ਹਾਂ। ਤਾਂ ਕੇ ਸ਼ੈੱਲ ਵਿੱਚ ਇਲੈਕਟ੍ਰੋਨ ਜੋ ਵੱਧ ਤੋਂ ਵੱਧ ਇਲੈਕਟ੍ਰੋਨ ਆ ਸਕਦੇ ਹਨ ਉਹ 2 ਹੁੰਦੇ ਹਨ। ਐਲ ਸ਼ੈੱਲ ਵਿੱਚ ਇਲੈਕਟ੍ਰੋਨ ਉਹ ਆਉਣਗੇ ਇਹ ਫਾਰਮੂਲੇ ਦੇ ਹਿਸਾਬ ਦੇ ਨਾਲ 8, ਅਤੇ ਇਸ ਲਈ ਦੂਜੇ ਪੀਰੀਅਡ ਵਿੱਚ 8 ਤੱਤ ਹੋਣਗੇ। ਜੋ ਐਮ ਸ਼ੈੱਲ ਹੈ ਉਸ ਦੇ ਵਿੱਚ ਫਾਰਮੂਲੇ ਮੁਤਾਬਕ 18 ਜੋ ਇਲੈਕਟ੍ਰੋਨ ਆ ਸਕਦੇ ਹਨ, ਪਰੰਤੂ ਇੱਥੇ ਧਿਆਨ ਦੇਣ ਯੋਗ ਗੱਲ ਹੈ ਕਿ ਇੱਥੇ ਤੀਜੇ ਸ਼ੈੱਲ ਵਿੱਚ 18 ਜੋ ਇਲੈਕਟ੍ਰੋਨ ਨਹੀਂ ਆਉਣਗੇ, ਕਿਉਂਕਿ ਜੋ ਸਾਡੇ ਕੋਲ ਇਹਨਾਂ ਸ਼ੈੱਲਾਂ ਵਿੱਚ ਇਲੈਕਟ੍ਰੋਨਾਂ ਨੂੰ ਭਰਨ ਦੇ ਕੁਝ ਰੂਲ ਹੁੰਦੇ ਹਨ ਜੋ ਕਿ ਤੁਸੀਂ ਆਪਣੀਆਂ ਵੱਡੀਆਂ ਕਲਾਸਾਂ ਵਿੱਚ ਜਾ ਕੇ ਪੜ੍ਹੋਗੇ। ਤਾਂ ਉਹਨਾਂ ਮੁਤਾਬਕ ਸਭ ਤੋਂ ਅੰਤਮ ਸ਼ੈੱਲ ਵਿੱਚ 8 ਇਲੈਕਟ੍ਰੋਨ ਹੀ ਆ ਸਕਦੇ ਹਨ। ਇਸ ਲਈ ਜਦੋਂ ਕਿਸੇ ਪਰਮਾਣੂ ਦੇ ਇਲੈਕਟ੍ਰੋਨਾਂ ਦੀ ਸੰਖਿਆ ਇਸ ਤਰ੍ਹਾਂ ਹੋਵੇ ਕਿ ਉਹ 3 ਸ਼ੈੱਲ ਵਿੱਚ ਸਮਾਨ, ਤਾਂ ਤੀਜੇ ਸ਼ੈੱਲ ਭਾਵ ਐਮ ਸ਼ੈੱਲ ਵਿੱਚ 8 ਇਲੈਕਟ੍ਰੋਨਾਂ ਤੋਂ ਬਾਅਦ ਵੱਧ ਇਲੈਕਟ੍ਰੋਨ ਨਹੀਂ ਆ ਸਕਣਗੇ। ਸੋ
इसलिए तीजे शैल विच 8 इलैक्ट्रॉन ही हो सकते हैं। इसे प्रकार इन्हां नियमां दे आधार ते ही जो साडे कोल वखरे वखरे जो पीरीयड हैं उन्हां विच तत्तां दी संख्या यानी कि भाव के जो संयोजक इलैक्ट्रॉन हैं वो संयोजक शैलों विच किस तरतीब नाल आ सकते हैं। पहले विच 2, दूजे विच 8, तीजे विच 8, चौथे च 18, पंजवें च 18 और छेवें च 32। 2, 8, 8, 18, 18, 32। तो इस नियम के अनुसार जो उन्हां दे संयोजक इलैक्ट्रॉन हैं उन्हां दी गिणती इस प्रकार होवेगी। संयोजक शैलों विच जो वध तो वध गिणती है इलैक्ट्रॉनां दी वो इस प्रकार हो सकती है। सो हुण आओ आपां देखते हाँ कि आवर्ती सारणी विच जो तत्तां दे रुझान हैं वो किस प्रकार दे हैं। भाव के जदों असी आवर्ती सारणी दे विच वखरे वखरे तत्तां नूं देखते हाँ तो उन्हां दा आकार, उन्हां दे रसायनिक गुण जिन्हां च असी आम तौर ते धातवी गुण देखते हाँ वो किस प्रकार बदलते हैं। सो प्यारे विद्यार्थियों जिमें कि असी हुणे देखिया है साडी आवर्ती सारणी दे विच जेकर असी किसी ग्रुप दे किसी खास ग्रुप दे उपर ध्यान केंद्रित करिए तो असी की देखांगे। पहला आपां एक पीरीयड विच मीनस आवर्ती सारणी विच किसी पीरीयड दे विच एक सेम पीरीयड विच जदों असी वखरे वखरे तत्तां दा ते ध्यान केंद्रित करते हाँ तो असी देखांगे कि उन्हां तत्तां दा जो जिमें कि पहला जो पीरीयड है इस दे विच हाइड्रोजन अते हीलियम हैं। सो इन्हां दोनों विच हाइड्रोजन और हीलियम जो हैं उन्हां दे पहले शैल विच ही 2 इलैक्ट्रॉन हैं। इस कारण जो किसी परमाणु विच प्रोटॉन और न्यूट्रॉनां की गिणती बढ़ गई है। हालांकि उस दे अंदर शैल उही है परंतु उस दे अंदर इलैक्ट्रॉन और प्रोटॉनां की गिणती बढ़ जाण कारण उन्हां दे विच जो खिच बल है जो विरोधी चार्जां विच खिच बल कारण वो एक दूजे नूं वध बल दे नाल खिंचणगे जिस कारण इन्हां दा आकार थोड़ा छोटा हो जाएगा। मीनस उन्हां दे अंदर इलैक्ट्रॉनां अते प्रोटॉनां की किसी एक ही शैल विच इलैक्ट्रॉनां अते प्रोटॉनां की गिणती बढ़न नाल वो उन्हां विच वध बल क्रियाशील होवेगा जिस कारण उसका आकार छोटा हो जाएगा। इसलिए जदों असी किसी पीरीयड विच किधर तो किस दिशा तो इधर खब्बे पासे तो इस पासे तो इस पासे वालों जावांगे तां क्योंकि हुणे असी पढ़िया है कि उस विच संयोजक जो शैल विच ही एक ही संयोजक शैल विच ही सारे इलैक्ट्रॉन आउणगे परंतु इलैक्ट्रॉनां की गिणती वधी जा रही है इसलिए उन्हां दा आकार घटदा जावेगा। सो जदों असी अपनी आधुनिक आवर्ती सारणी विच किसी पीरीयड विच खब्बे तो सज्जे वल जावांगे तां परमाणुओं का आकार घटदा जावेगा। हुण असी देखते हैं जेकर किसी ग्रुप विच असी अपना ध्यान केंद्रित करिए तो उसके परमाणुओं के आकार नूं की फर्क पेगा। आओ असी पहले ग्रुप विच ही उदाहरण लेंदे हाँ। पहले ग्रुप की इस विच पहले ग्रुप विच जदों असी उपर तो थल्ले वल जावांगे तां पहले ग्रुप विच केवल जो सब तो उपर हाइड्रोजन है उस विच केवल
एक शैल है पहला ही। दूजे जो लिथियम है उसके परमाणु में 2 शैल हैं। सोडियम में 3 हैं, पोटाशियम में 4 हैं। इस प्रकार रुबीडियम, सीजियम ते फ्रेंसियम में एक एक जो शैल है वो जुड़ता जा रहा है। असीं हुणे पढ़ के आए हाँ। इसलिए जदों असीं किसी ग्रुप विच उपर तो थल्ले नूं जांदे हाँ, उपर तो थल्ले नूं जांदे हाँ, तां उस ग्रुप विच परमाणुआं दे शैलां दी गिणती लगातार वधदी जांदी है। तो जदों शैलां दी गिणती वधेगी तां सुभाविक तौर ते उसका आकार बढ़ेगा। तो इसलिए जदों असीं किसी ग्रुप विच उपर तो थल्ले वल नूं जांदे हाँ तां परमाणुआं दा आकार वधदा जावेगा। किसी भी ग्रुप असीं आओ इस 17वें ग्रुप की एग्जाम्पल लैंदे हाँ ਜਾਂ 18वें ग्रुप की आप एग्जाम्पल लै सकते हैं। 18वें ग्रुप के विच जदों असीं उपर तो थल्ले नूं जावांगे तां इन्हां दे परमाणुआं दा आकार उपर तो भाव हीलीयम का आकार छोटा होवेगा ते नियोन का आकार जोड़ा है उस तो वड्डा होवेगा, उस आर्गन का आकार उस तो वड्डा होवेगा, क्रिप्टन का आकार उन्हां तो वड्डा होवेगा। इस प्रकार थल्ले नूं आकार वधदा जावेगा। सो पहला जो रुझान है वो उसनूं हुण आपां सधारण भाषा विच दोबारा तो जो संखेप विच जे बोलना होवे तां असीं किस प्रकार बोलांगे। जदों असीं आधुनिक आवर्ती सारणी विच किसी पीरीयड विच खब्बे तो सज्जे वल जांदे हाँ, एक ही पीरीयड विच, तां परमाणुआं दा आकार घटदा जांदा है। अते जदों असीं किसी ग्रुप विच उपर तो नीचे वल जांदे हाँ तां परमाणुआं दा आकार वधदा जांदा है। आओ हुण आपां दूजे गुण धातवी गुण नूं लैके ये देखते हैं भी धातवी गुण जो है वो आवर्ती सारणी विच किस प्रकार चेंज होंदे हन। सो प्यारे विद्यार्थियों, जेकर असी इस आवर्ती सारणी नूं देखीए तो इस विच कुछ तत्त सानूं हरे रंग दे दिखाए गए हैं। यह जो हरे रंग के तत्त हैं ये धातां हैं। इसका जो आ सानूं इत्थे दर्शाया गया कि हरे रंग नाल जिहड़े तत्त दर्शाए गए हैं वो धातां हैं। ते जो ये आ तत्त हैं ये तत्त गुलाबी रंग नाल दर्शाए गए हैं। सो ये उप धातां हैं। अते पीले रंग नाल जो धातां दर्शाईयां गईयां हैं वो अधातां हैं। सो जेकर असीं आवर्ती सारणी दे विच देखीए तां जो धातां हैं वो आवर्ती सारणी दे खब्बे हत्थ स्थित हैं अते अधातां हैं वो सज्जे पासे आवर्ती सारणी दे हैं। और इन्हां दोनों दे विचाले वो तत्त हैं जो ना तो धातां हैं ते ना ही अधातां हैं, भाव उप धातां हैं। इसलिए आपां आसानी दे नाल ये कह सकते हाँ कि जदों आपां किसी पीरीयड विच एक ही पीरीयड विच किधर नूं जांदे हाँ, खब्बे तो सज्जे वल जांदे हाँ, तां उन्हां दे धातवी गुण उस पीरीयड विचले तत्तां दे धातवी गुण घटदे जांदे हन। हुण जेकर तुहानूं कोई प्रश्न पूछी जा गया लिथियम बैरीलियम बोरोन कार्बन नाइट्रोजन ऑक्सीजन फ्लोरीन ते नियोन विचों किहड़ियां धातां हन। लिथियम ये सब तो वध धातवी गुण किस दे विच होणे, खब्बे पासे वाले स्थित परमाणु दे। तो लिथियम जो है वो उस विच सब तो वध धातवी गुण होणगे। अते जिवें ही असीं इस दिशा विच जावांगे इन्हां दे धातवी गुण घटदे जाणगे अते नियोन तक पुजदे पुजदे वो बिल्कुल ही अधात बन जाएगी। उन्हां दे जो धातवी गुण हैं बिल्कुल खत्म हो जाणगे, उन्हां नूं अधातां विच रखांगे। अते जदों असीं किसी एक ग्रुप विच किधर मूव करांगे, जदों असीं किसी
ਕਿਸੇ ਗਰੁੱਪ ਵਿੱਚ ਮੰਨ ਲਓ ਪਹਿਲਾ ਗਰੁੱਪ ਦੇ ਲੈਂਦੇ ਹਾਂ ਆਪਾਂ, ਪਹਿਲੇ ਗਰੁੱਪ ਵਿੱਚ ਉੱਪਰ ਤੋਂ ਥੱਲੇ ਵੱਲ ਜਾਂਦੇ ਹਾਂ ਤਾਂ ਪਹਿਲੇ ਗਰੁੱਪ ਦੇ ਵਿੱਚ ਉੱਪਰ ਤੋਂ ਥੱਲੇ ਵੱਲ ਜਾਣ ਦੇ ਨਾਲ ਉਹਨਾਂ ਵਿੱਚ ਕੀ ਫਰਕ ਪੈਂਦਾ ਹੈ, ਉਹਨਾਂ ਦੇ ਜੋ ਧਾਤਮੀ ਗੁਣ ਹੈ ਉਹ ਵੱਧਦਾ ਚਲਾ ਜਾਂਦਾ ਹੈ। ਕਿਉਂਕਿ ਜੋ ਧਾਤਮੀ ਗੁਣ ਹਨ ਉਹ ਕਿਸ ਗੱਲ 'ਤੇ ਨਿਰਭਰ ਕਰਦੇ ਹਨ ਵੀ ਕੋਈ ਤੱਤ ਪਰਮਾਣੂ ਨੂੰ ਕੋਈ ਕਿਸੇ ਤੱਤ ਦਾ ਪਰਮਾਣੂ ਆਪਣੇ ਅੰਦਰ ਮੌਜੂਦ ਇਲੈਕਟ੍ਰੋਨਾਂ ਨੂੰ ਕਿੰਨੀ ਆਸਾਨੀ ਨਾਲ ਛੱਡ ਸਕਦਾ ਹੈ। ਸੋ ਜਿਵੇਂ ਜਿਵੇਂ ਕਿਸੇ ਪਰਮਾਣੂ ਦਾ ਆਕਾਰ ਵੱਡਾ ਹੁੰਦਾ ਜਾਂਦਾ ਹੈ ਉਸ ਵਿਚਲੇ ਇਲੈਕਟ੍ਰੋਨਾਂ ਅਤੇ ਪ੍ਰੋਟੋਨਾਂ ਵਿਚਲਾ ਜੋ ਖਿੱਚ ਬਲ ਹੈ ਉਹ ਘਟਦਾ ਚਲਾ ਜਾਂਦਾ ਹੈ, ਜਿਸ ਕਾਰਨ ਉਹਨਾਂ ਦੇ ਜੋ ਸੰਯੋਜਕ ਸ਼ੈੱਲ ਵਿੱਚ ਇਲੈਕਟ੍ਰੋਨ ਹੁੰਦੇ ਹਨ ਉਹ ਆਸਾਨੀ ਦੇ ਨਾਲ ਉਹਨਾਂ ਨੂੰ ਕਿਸੇ ਦੂਜੇ ਤੱਤਾਂ ਨੂੰ ਦੇ ਸਕਦੇ ਹਨ, ਭਾਵ ਕਿ ਉਹਨਾਂ ਅੰਦਰ ਧਾਤਮੀ ਗੁਣ ਵੱਧਦਾ ਚਲਾ ਜਾਂਦਾ ਹੈ। ਸੋ ਇਸ ਲਈ ਧਾਤਮੀ ਗੁਣਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਗਰੁੱਪ ਵਿੱਚ ਉੱਪਰ ਤੋਂ ਥੱਲੇ ਜਾਣ ਨਾਲ ਧਾਤਮੀ ਗੁਣ ਵੱਧਦੇ ਹਨ, ਜਦੋਂ ਕਿ ਇੱਕ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਜਾਣ ਨਾਲ ਧਾਤਮੀ ਗੁਣ ਘਟਦੇ ਹਨ। ਸੋ ਬਿਲਕੁਲ ਇੱਕ ਲਾਈਨ ਦੇ ਵਿੱਚ ਹੀ ਆਪਾਂ ਇਹਨਾਂ ਦੇ ਜੋ ਧਾਤਮੀ ਗੁਣਾਂ ਦਾ ਰੁਝਾਨ ਹੈ ਸਾਡੀ ਆਧੁਨਿਕ ਆਵਰਤੀ ਸਾਰਣੀ ਵਿੱਚ ਉਹ ਆਪਾਂ ਦੇਖ ਲਿਆ ਹੈ। ਤੋ ਜੇਕਰ ਇੱਕ ਵਾਰ ਫਿਰ ਦੁਬਾਰਾ ਤੋਂ ਸ਼ਾਰਟ ਦੇ ਵਿੱਚ ਆਪਾਂ ਦੇਖਦੇ ਹਾਂ, ਆਪਾਂ ਇੱਕ ਵੀਡੀਓ ਦੀ ਸਹਾਇਤਾ ਦੇ ਨਾਲ ਆਪਾਂ ਇੱਕ ਵਾਰ ਫਿਰ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਜੋ ਉਹਨਾਂ ਦਾ ਆਕਾਰ ਔਰ ਧਾਤਮੀ ਗੁਣ ਕਿਸ ਪ੍ਰਕਾਰ ਚੇਂਜ ਹੁੰਦੇ ਹਨ ਪੀਰੀਓਡਿਕ ਟੇਬਲ ਭਾਵ ਆਧੁਨਿਕ ਆਵਰਤੀ ਸਾਰਣੀ ਦੇ ਵਿੱਚ।